हेलो डियर स्टूडेंट्स, सारे प्यारे भाई सत श्री अकाल। बहुत प्यारे विद्यार्थियों, हाउ आर यू? सारे ठीक ठाक हो? वैरी गुड। सो प्यारे बच्चों, एक बार फिर ਤੁਹਾਡਾ स्वागत है ਤੁਹਾਡੇ अपने चैनल JS मैथ क्लासेस। सो ਆਪਾਂ ਕਰ ਰਹੇ ਹਾਂ ਚੈप्टर नंबर 3 और ਉਹਦੇ ਅੰਡਰ ਜਿਹੜਾ ਹੈਗਾ ਆਪਾਂ ਇਸ ਤੋਂ ਪਹਿਲਾਂ 3 ਐਕਸਰਸਾਈਜ਼ ਸੋਲਵ ਕੀਤੀਆਂ, ਠੀਕ ਹੈ। और टाइप्स ऑफ कोआर्डिनेटर ਬਾਰੇ ਪੜ੍ਹਿਆ ਆਪਾਂ, और ਉਹਦੇ ਨਾਲ पिछली एक्सरसाइज ਦੇ ਵਿੱਚ ਆਪਾਂ ਸਮਾਂਤਰ ਚਤੁਰਭੁਜ ਬਾਰੇ ਡੀਪ ਸਟੱਡੀ ਕੀਤੀ। ਉਹਦੇ ਨਾਲ ਦੇ ਕੁਐਸਚਨ ਆਪਾਂ ਸੋਲਵ ਕਰਕੇ ਦੇਖੇ, ਇਹਦੀਆਂ ਪ੍ਰੋਪਰਟੀਜ਼ ਦੀ ਆਪਾਂ ਜਿਹੜੀ ਹੈਗੀ ਆ ਪ੍ਰੈਕਟੀਕਲ ਯੂਜ਼ ਕੀਤੀ, ਕਿਵੇਂ ਆਪਾਂ ਇਹਦੇ ਨਾਲ ਦੇ ਸਵਾਲ ਜਿਹੜੇ ਕੱਢ ਸਕਦੇ ਹੈਗੇ, ਠੀਕ ਆ। ਸੋ ਅੱਜ ਇੱਕ ਆਪਾਂ ਸਾਰੀਆਂ ਕਿਸਮਾਂ ਨੂੰ ਲੈ ਕੇ ਜਿਹੜਾ ਹੈਗਾ ਇੱਕ ਆਪਾਂ ਚਤੁਰਭੁਜ ਦਾ ਇੱਕ ਤੁਲਨਾਤਮਕ ਅਧਿਐਨ ਕਰਨਾ, ਆਪਾਂ ਕੰਪੈਰੀਜ਼ਨ ਸਟੱਡੀ ਕਰਨੀ ਹੈ, ਠੀਕ ਹੈ ਜੀ। ਕੰਪੈਰੇਟਿਵ ਸਟੱਡੀ ਮਤਲਬ ਇਹਨਾਂ ਵਿੱਚ ਕੀ ਕਾਮਨ ਹੈਗਾ ਜਾਂ ਕਿਹਨਾਂ ਨੂੰ ਆਪਾਂ ਕੀ ਨਾਮ ਦੇ ਸਕਦੇ ਆ, ਕਿਹੜੀ ਚਤੁਰਭੁਜ ਨੂੰ ਆਪਾਂ ਕੀ ਕਹਿ ਸਕਦੇ ਹੈਗੇ, ਜਿਨ੍ਹਾਂ ਵਿੱਚ ਕਾਮਨ ਕੁਆਲਿਟੀਜ਼ ਕਿਹੜੀਆਂ ਕਿਹੜੀਆਂ ਹੈਗੀਆਂ, ਠੀਕ ਹੈ। ਉਹ ਆਪਾਂ ਦੇਖਾਂਗੇ ਥੋੜ੍ਹਾ ਡਿਟੇਲ ਨਾਲ, ਸਮਝ ਲੱਗੀ। ਵੈਰੀ ਇੰਪੋਰਟੈਂਟ ਟੌਪਿਕ ਹੈਗਾ ਇਹ, ਠੀਕ ਹੈ। ਸੋ ਕਲੀਅਰ ਕਰਨਾ, ਆਪਾਂ ਕਨਸੈਪਟ ਕਲੀਅਰ ਕਰਨਾ ਹੈਗਾ ਵਿੱਚ ਕੀ ਹੈ। ਸੋ ਕੁਐਸਚਨ ਤੁਸੀਂ ਜਿੰਨੇ ਮਰਜ਼ੀ ਕਰ ਲਿਓ, ਕੁਐਸਚਨ ਤਾਂ ਹੀ ਹੋਣਗੇ ਜੇ ਤੁਹਾਨੂੰ ਜਿਹੜਾ ਹੈਗਾ ਸਾਰੀ ਸਟੱਡੀ ਇਹ ਡੀਪ ਪਤਾ ਹੋਊਗੀ। ਪਹਿਲਾਂ ਤੁਹਾਡੀਆਂ ਪ੍ਰੋਪਰਟੀ ਜਿਹੜੀਆਂ ਪੜ੍ਹੀਆਂ ਆਪਾਂ ਸੈਕਿੰਡ ਵੀਡੀਓ ਵਿੱਚ, ਉਹ ਧਿਆਨ ਨਾਲ ਦੇਖਣੀ ਤੁਸੀਂ, ਔਰ ਉਹਦੇ ਨਾਲ ਰਿਲੇਟਡ ਜਿਹੜੀ ਕੁਛ ਹੈਗਾ ਆਪਣੇ ਵਿੱਚ। तो देखते हैं आप की है कंपैरेटिव स्टडी। सब तो पहले स्टार्ट करते हैं आप एक वर्ग तो, वर्गाकार। तो वर्ग नूं आपां होर किहड़ी किहड़ी किस्म का नाम दे सकते हैं। वर्ग नूं आपां आयत कह सकते हैं, या वर्ग विच समांतर चतुर्भुज वाले गुण हैगे आ, सम चतुर्भुज, समलंब चतुर्भुज ते पतंग। पतंग एक खास किस्म की चतुर्भुज होंदी, ठीक है। तो पहला देखते हैं वर्ग। वर्ग ਦੇ ਵਿੱਚ ਕਿਹੜੀਆਂ ਪ੍ਰੋਪਰਟੀ ਸੀਗੀਆਂ, ਠੀਕ ਹੈ। ਮੈਂ ਬੜਾ ਰਿਵਾਈਜ਼ ਕਰਦਾ ਕਿ ਇਹਦੀਆਂ ਚਾਰੇ ਭੁਜਾਵਾਂ ਬਰਾਬਰ ਹੁੰਦੀਆਂ, ਔਰ ਚਾਰੇ ਜਿਹੜੇ ਹੈਗੇ ਐਂਗਲ ਕੀ ਹੁੰਦੇ ਹੈਗੇ 90 ਦੇ ਹੁੰਦੇ ਹੈਗੇ। ਆਪਾਂ ਡੀਪ ਦੇ ਵਿੱਚ ਪੜ੍ਹਿਆ ਹੈਗਾ, ਕਲੀਅਰ। ਹੁਣ ਦੇਖੋ, ਪਹਿਲਾਂ ਮੈਂ ਦੋ ਨਿਸ਼ਾਨ ਲਾਏ। ਵਰਗ ਨੂੰ ਆਪਾਂ ਆਇਤ ਵੱਲ ਚੱਲਦੇ ਹਾਂ, ਵੀ ਆਇਤ ਕਹਿ ਸਕਦੇ ਹਾਂ ਆਪਾਂ, ਵਰਗ ਨੂੰ ਇੱਕ ਆਇਤ ਕਹਿ ਸਕਦੇ ਹਾਂ। ਮਤਲਬ ਕਹਿਣ ਦਾ ਭਾਵ ਵੀ ਵਰਗ ਵਿੱਚ ਆਇਤ ਵਾਲੇ ਗੁਣ ਹੈਗੇ ਆ। ਆਇਤ ਦੀਆਂ ਆਮੋ ਸਾਹਮਣੇ ਭੁਜਾਵਾਂ ਬਰਾਬਰ ਹੁੰਦੀਆਂ, ਇਹ 'ਚ ਹੈਗੀਆਂ, ਠੀਕ ਹੈ, ਬਰਾਬਰ ਹੁੰਦੀਆਂ ਹੈਗੀਆਂ। ਆਇਤ ਦੇ ਚਾਰੇ ਕੋਣ 90 ਦੇ ਹੁੰਦੇ ਆ, ਔਰ ਵਰਗ ਦੇ ਵਿੱਚ ਵੀ ਚਾਰੇ ਕੋਣ 90 ਦੇ ਹੁੰਦੇ ਹੀ ਆ। ਕਹਿਣ ਦਾ ਭਾਵ ਕਿ ਵਰਗ ਦੇ ਵਿੱਚ ਆਇਤ ਵਾਲੇ ਸਾਰੇ ਗੁਣ ਹੈਗੇ ਆ। ਇਟ ਮੀਨਸ ਆਪਾਂ ਵਰਗ ਨੂੰ ਇੱਕ ਆਇਤ ਵੀ ਕਹਿ ਸਕਦੇ ਹਾਂ, ਔਰ ਜਿੱਥੇ ਕਹਿ ਸਕਦੇ ਹਾਂ ਉੱਥੇ ਆਪਾਂ ਜਿਹੜਾ ਹੈਗਾ ਇਸ ਤਰ੍ਹਾਂ ਦਾ ਨਿਸ਼ਾਨ ਐਰੋ ਲਾਵਾਂਗੇ, ਠੀਕ ਹੈ। ਐਰੋ ਮਤਲਬ ਇਹਨੂੰ ਆਪਾਂ ਕਿਹਾ ਜਾ ਸਕਦਾ ਹੈ, ਕਲੀਅਰ ਹੈ ਨਾ। ਇਟ ਮੀਨਸ ਕੀ ਹੈਗਾ, ਇਹਨੂੰ ਆਪਾਂ ਇੱਕ ਆਇਤ ਕਹਿ ਸਕਦੇ ਹਾਂ, ਵਰਗ ਨੂੰ ਇੱਕ ਆਇਤ ਕਿਹਾ ਜਾ ਸਕਦਾ ਹੈ, ਕਲੀਅਰ ਹੋ ਗਿਆ। ਫਿਰ ਦੇਖਣਾ ਤੁਸੀਂ, ਆਇਤ ਨੂੰ ਵਰਗ ਕਹਿ ਸਕਦੇ ਹਾਂ। ਕੀ ਆਇਤ ਵਿੱਚ ਵਰਗ ਵਾਲੇ ਸਾਰੇ ਗੁਣ ਹੋਣਗੇ? ਤੁਸੀਂ ਕਹੋਗੇ ਜੀ ਵਰਗ ਨੂੰ ਆਪਾਂ ਜੇ ਆਇਤ ਕਹਿ ਸਕਦੇ ਹਾਂ ਤਾਂ ਆਇਤ ਨੂੰ ਵਰਗ ਕਿਉਂ ਨਹੀਂ ਕਹਿ ਸਕਦੇ? ਦੇਖੋ ਦੇਖਦੇ ਆਪਾਂ ਕਹਿ ਸਕਦੇ ਹਾਂ। ਆਇਤ ਵਿੱਚ ਹੁੰਦਾ ਕਿ ਇਹਦੀਆਂ ਸਨਮੁਖ ਭੁਜਾਵਾਂ ਬਰਾਬਰ ਹੁੰਦੀਆਂ, ਇਹਦੀਆਂ ਵੀ ਸਨਮੁਖ ਭੁਜਾਵਾਂ ਬਰਾਬਰ ਹੁੰਦੀਆਂ, ਇਹਦੇ ਚਾਰੇ ਗੁਣ 90, ਚਾਰੇ ਗੁਣ 90 ਦੇ ਹੁੰਦੇ ਆ। ਪਰੰਤੂ ਇਹਦੇ ਵਿੱਚ ਚਾਰੇ ਭੁਜਾਵਾਂ ਬਰਾਬਰ ਹੁੰਦੀਆਂ, ਕਿ ਇਹਦੀਆਂ ਚਾਰੀਆਂ ਭੁਜਾਵਾਂ ਬਰਾਬਰ ਹੋ ਸਕਦੀਆਂ? ਇਹਦੀਆਂ ਚਾਰੇ ਭੁਜਾਵਾਂ ਬਰਾਬਰ ਨਹੀਂ ਹੋ ਸਕਦੀਆਂ, ਠੀਕ ਹੈ। ਇਹਦੀਆਂ ਚਾਰੇ ਭੁਜਾਵਾਂ ਬਰਾਬਰ ਨਹੀਂ ਹੋ ਸਕਦੀਆਂ, ਇਸ ਲਈ ਜਿਹੜਾ ਹੈਗਾ ਇਹਨੂੰ ਵਰਗ ਨਹੀਂ ਆਪਾਂ ਕਹਿ ਸਕਦੇ। ਵਰਗ ਨੂੰ ਆਇਤ ਕਹਿ ਸਕਦੇ ਆ, ਪਰੰਤੂ ਆਇਤ ਨੂੰ ਵਰਗ ਨਹੀਂ ਕਿਹਾ ਜਾ ਸਕਦਾ। ਇਹ 'ਤੇ ਆਪਾਂ ਕ੍ਰੋਸ ਲਗਾ ਦਿਆਂਗੇ, ਸਮਝ ਲੱਗ ਗਈ। ਇਹਦਾ ਮਤਲਬ ਕੀ ਹੈ? ਨਹੀਂ ਕਿਹਾ ਜਾ ਸਕਦਾ। ਇਹਦਾ ਮਤਲਬ ਕੀ ਹੈ? ਕਿਹਾ ਜਾ ਸਕਦਾ ਹੈ। ਕਲੀਅਰ ਹੋ ਗਿਆ ਨਾ। ਹਾਂ, ਇਸ ਤਰ੍ਹਾਂ ਹੀ ਆਪਾਂ ਦੇਖਦੇ ਹੈਗੇ। ਹੁਣ ਵਰਗ ਨੂੰ ਆਪਾਂ ਇਹਦੇ ਨਾਲ ਦੇਖਦੇ ਹਾਂ ਕੰਪੈਰੀਜ਼ਨ ਕਰਕੇ ਸਮਾਂਤਰ ਚਤੁਰਭੁਜ ਨਾਲ, ਠੀਕ ਹੈ। ਸਮਾਂਤਰ ਚਤੁਰਭੁਜ ਦੀ ਗੱਲ ਕਰੀਏ, ਵਰਗ ਨੂੰ ਸਮਾਂਤਰ ਚਤੁਰਭੁਜ ਵੈਸੇ ਹੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਹਦੇ ਵਿੱਚ ਚਾਰੇ ਕੋਣ 90 ਦੇ ਹੁੰਦੇ, ਵਿੱਚ ਕੋਈ ਵੀ ਕੋਣ 90 ਦੇ ਨਹੀਂ ਹੁੰਦਾ। ਇਸ ਲਈ ਆਪਾਂ ਇਹਨੂੰ ਵਰਗ ਨੂੰ ਕੀ ਹੈ, ਸਮਾਂਤਰ ਚਤੁਰਭੁਜ ਆਪਾਂ ਨਹੀਂ ਕਹਿ ਸਕਦੇ। ਜਿਹੜਾ ਇੱਧਰ ਨੂੰ ਜਾਂਦਾ ਐਰੋ ਆਪਾਂ ਉੱਥੇ ਕ੍ਰੋਸ ਲਗਾਤਾ। ਅਤੇ ਕੀ ਸਮਾਂਤਰ ਚਤੁਰਭੁਜ ਨੂੰ ਆਪਾਂ ਕਹਿ ਸਕਦੇ ਹਾਂ ਵਰਗ? ਸਮਾਂਤਰ ਚਤੁਰਭੁਜ, ਕਿਉਂਕਿ ਇਹ ਵੀ ਤਾਂ ਸਮਾਂਤਰ ਚਤੁਰਭੁਜ ਬਣ ਹੀ ਗਈ ਸੀ ਨਾ, ਤਾਂ ਇਹਦੇ ਵਿੱਚ ਵੀ ਸਨਮੁਖ ਭੁਜਾਵਾਂ ਬਰਾਬਰ ਹੁੰਦੀਆਂ, ਇਹ ਵੀ ਬਰਾਬਰ ਹੁੰਦੀਆਂ ਹੈਗੀਆਂ, ਠੀਕ ਹੈ। ਤਾਂ ਸਮਾਂਤਰ ਚਤੁਰਭੁਜ ਨੂੰ ਵਰਗ ਕਿਹਾ ਜਾ ਸਕਦਾ? ਬਿਲਕੁਲ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਹਦੇ ਜਿਹੜਾ ਕੋਈ ਵੀ ਕੋਣ 90 ਦਾ ਨਹੀਂ ਹੈ, ਠੀਕ ਹੈ। ਫਿਰ ਆਪਾਂ ਧਿਆਨ ਦੇਖਦੇ ਹੈਗੇ ਹਾਂ ਵਰਗ ਨੂੰ ਸਮ ਚਤੁਰਭੁਜ। ਦੇਖੋ ਇਹਦੀਆਂ ਵਿਚਾਰੇ ਭੁਜਾਵਾਂ ਬਰਾਬਰ, ਇਹਦੀਆਂ ਵਿਚਾਰੇ ਭੁਜਾਵਾਂ ਬਰਾਬਰ ਹੈ, ਠੀਕ ਹੈ। ਸਮ ਚਤੁਰਭੁਜ ਨੂੰ ਵਰਗ ਕਿਹਾ ਜਾ ਸਕਦਾ? ਇਹਦੇ ਵਿੱਚ ਕੋਈ ਕੋਣ 90 ਦਾ ਨਹੀਂ, ਇਸ ਲਈ ਨਹੀਂ ਕਿਹਾ ਜਾ ਸਕਦਾ। ਵਰਗ ਨੂੰ ਸਮ ਚਤੁਰਭੁਜ ਕਿਹਾ ਜਾ ਸਕਦਾ? ਚਾਰੇ ਭੁਜਾਵਾਂ ਬਰਾਬਰ ਹੈਗੀਆਂ। ਵਰਗ ਨੂੰ, ਕਿਉਂਕਿ ਵਰਗ ਵਿੱਚ ਇਹਦੇ ਸਾਰੇ ਗੁਣ ਹੈਗੇ ਆ, ਵਰਗ ਵਿੱਚ ਇਹਦੇ ਵਾਲੇ ਸਾਰੇ ਗੁਣ ਹੈਗੇ, ਇਟ ਮੀਨਸ ਇਹਨੂੰ ਕਿਹਾ ਜਾ ਸਕਦਾ ਹੈ, ਠੀਕ ਹੈ। ਇਹ ਕਿਹਾ ਜਾ ਸਕਦਾ, ਪੈਰੋ ਲਾਵਾਂਗੇ। ਅਤੇ ਸਮ ਚਤੁਰਭੁਜ ਨੂੰ ਜਿਹੜਾ ਹੈਗਾ ਵਰਗ ਨਹੀਂ ਕਿਹਾ ਜਾ ਸਕਦਾ, ਕ੍ਰੋਸ ਲਗਾ ਦਾਂਗੇ ਆਪਾਂ, ਠੀਕ ਹੈ। ਸਮ ਚਤੁਰਭੁਜ ਨੂੰ ਵਰਗ ਨਹੀਂ ਕਿਹਾ ਜਾ ਸਕਦਾ ਹੈਗਾ। ਫਿਰ ਆਪਾਂ ਗੱਲ ਕਰੀਏ ਸਮਲੰਬ ਦੇ ਵਿੱਚ ਤਾਂ ਕੋਈ ਗੁਣ ਇਹਦੇ ਨਾਲ ਮੈਚ ਨਹੀਂ ਕਰਦਾ ਪਿਆ। ਸੋ ਆਪਾਂ ਗੱਲ ਕਰਦੇ ਹੈਗੇ ਹਾਂ ਪਤੰਗ ਦੀ।
वर्ग नूं पतंग कहा जा सकता है। पतंग के की गुण होंगे, यदि लागवियां भुजावां बराबर होंदियां, इहदियां भी लागवियां भुजावां बराबर हैगियां, ठीक है। इहदियां दूजियां लागवियां भुजावां बराबर होंदियां हैगियां, ठीक है जी। तो फिर ये 90 के कोण हो भी सकते, नहीं भी हो सकते, ठीक है। ये है इट मीनस वर्ग नूं पतंग कहा जा सकता है, पर पतंग नूं वर्ग नहीं कह सकते आपां, पतंग नूं वर्ग नहीं कहा जा सकता, ये कहा जा सकता, ठीक है। सो इस तरह बाकी कंपैरेटिव स्टडी हैगी आ। फिर वर्ग आपां देख लिया। तुसीं गल करते हैं आपां आयत की। आयत नूं वर्ग तो नहीं कहा जा सकता, आयत नूं समांतर चतुर्भुज कह सकते हैं आपां। आयत में इहदे सारे गुण हैगे, आप कह सकते हैं, ठीक है, कह सकते हैं, परंतु समांतर चतुर्भुज नूं आपां आयत नहीं कह सकते, ठीक है, नहीं कह सकते, क्योंकि इसका भी कोई भी कोण 90 डिग्री का नहीं है। सो ये ही इस तरह करके अपने को है समांतर चतुर्भुज। समांतर चतुर्भुज नूं समचतुर्भुज कहा जा सकता है, नहीं कहा जा सकता। समचतुर्भुज नूं समांतर चतुर्भुज कहा जा सकता है। ये सारे गुण है, परंतु ये सारे गुण हैं, क्योंकि ये चारे भुजावां बराबर होंदियां, ये नहीं होंदियां, ठीक है। इसलिए समचतुर्भुज नूं आपां समांतर चतुर्भुज कह सकते हैं, परंतु समांतर चतुर्भुज नूं आपां समचतुर्भुज नहीं कह सकते, बिल्कुल ये वांगू, ठीक है, ठीक है जी। और है अपने को समचतुर्भुज। समचतुर्भुज चेक कर लिया आपां, ठीक है। फिर है अपने को समलंब चतुर्भुज। समचतुर्भुज नूं समलंब चतुर्भुज कह सकते हैं। ये दोनों जोड़े समांतर होंगे, ये इक्को जोड़ा समांतर होंगे, इनू तो आप समचतुर्भुज कदे ही नहीं कह सकते, ये कह सकते हैं, ठीक है, ठीक है जी। और गल करिए काइट की, पतंग की, तो यदा पतंग नाल रिलेशन देखो, समचतुर्भुज पतंग वर्गी होंगी है लगभग, पतंग ये वर्गी हो सकती है, इनू पतंग कह सकते हैं, पर पतंग नूं समचतुर्भुज नहीं आप कह सकते, ठीक है। इनू आप पतंग कह सकते हैं, इधर में आप एरो लगा सकते हैं, ठीक है, इत्थे पतंग कहा जा सकता है, ठीक है, परंतु पतंग नूं जिहड़ा हैगा समचतुर्भुज नहीं कहा जा सकता। ये आप क्रॉस लगा देंगे, ये नहीं कहा जा सकता, ठीक है। सो इस तरह की कंपैरेटिव स्टडी हैगी है, तुसीं होर भी डिटेल नाल, ठीक है, समझना है इस गल नूं। और इस ध्यान च रखते हो, जो पहला सम वैरी ईजी है, ठीक है, तुसीं अपने आप कर सकते हैं। ट्रू फॉल्स है, ये सारी स्टडी नूं ध्यान नाल समझ के तुसीं हुण जबानी कर सकते हैं पहला क्वेश्चन, ठीक है। सो मूव करते हैं नैक्सट क्वेश्चन से। सैकेंड देखते हैं पुत्र जी पैदा। सैकेंड है दैट इज़ पुछदा कहंदा वो सारे चतुर्भुजां दे नाम दसो, ठीक है, नेम ऑफ ऑल क्वाड्रिलेटरल्स जिस विच चारे भुजावां समान होण, मतलब ऑल 4 साइड्स आर इक्वल, जिहदे विच चारे भुजावां बराबर होंदियां, किहड़े-किहड़े चतुर्भुज पढ़े आपां दसो। हुण ईजी क्वेश्चन है, तुसीं अपने आप इहदे जवाब दे सकदे हैगे आ, ठीक है। चारे भुजावां समान हैगे आ, मतलब चारे भुजावां बराबर हैगियां, किहड़ी-किहड़ी चतुर्भुज विच चारे भुजावां बराबर होंदियां दसो, ठीक है। वो सी अपने कोले एक सीगा दैट इज़ दस सकते हैं भी, देखो कुछ फिर देख लो कि देखो चारे भुजावां किहदे बराबर हैगियां, ये है अपने को वर्गाकार चारे भुजावां बराबर हैगियां, एक हो गया। नंबर 2 होर किहदे चार भुजावां बराबर, देखो समचतुर्भुज जिहदियां चारे भुजावां बराबर हैगियां। दो नाम आ गए अपने कोले वर्ग ते समांतर चतुर्भुज, यानी कि स्क्वायर एंड रंबस, दो जिहड़े हैगे इस तरह चतुर्भुज हैगे जिहदियां चारे भुजावां बराबर होंदियां। तो नाम दे देंगे इत्थे किहड़े-किहड़े, वर्ग यानी कि स्क्वायर, ठीक है जी, एंड सैकेंड किया गया दैट इज़ समचतुर्भुज। समचतुर्भुज मतलब की सीगा, रोम्बस, क्लीयर, रोम्बस बोलते, ठीक है ना आपां। और नैक्सट द बी पार्ट पुछया उन्हें वो चतुर्भुज दसो जिस दे चारे कोण समान होण। हुण चारे कोण किहड़े दे समान है, ये भी देखना आपां, चारे कोण किहदे किहदे बराबर होंदे, देखो चारे कोणां दे माप बराबर होण, देखो एक बार फिर देख लो, ये चारे कोण 90-90 डिग्री के, वर्ग दे एक तो यही हो गया। आयत भी चारे कोण देखो 90-90 डिग्री के आ, ये भी चारे कोण बराबर हो गए, ठीक है। होर किसी भी चारे कोण बराबर नहीं होणगे, तो दो ही आ गया अपने वर्ग आ गया तो आयताकार आ गया, ठीक है जी, मतलब रेक्टेंगल आ गया। दोनों नाम आप इत्थे लिख देंगे, किहड़े-किहड़े आ गए, देखो नंबर 1 दैट इज़ चारे कोण समान, वर्ग आ गया एक तो, मतलब की सीगा स्क्वायर, क्लीयर, एंड सैकेंड पार्ट की आ गया अपने को दैट इज़ आयत, की सीगा रेक्टेंगल, समझ लगी ना।
मतलब प्रॉपर्टीज़ ध्यान नाल पढ़िया होणगियां, कंसैप्ट चंगी तरह क्लीयर है, तुहानूं क्वेश्चन जिन्ने मर्जी पुछ ले। इस तरह के क्वेश्चन तुहानूं अक्सर ऑब्जैक्टिव टाइप पेपरां विच भी आउंदे, तुहानूं एक नंबर वाले जिहड़े क्वेश्चन आउणगे वो च तो आउणे ही आउणे आ, ठीक है। सो ये चीज़ां बहुत ही बेसिक है, ਵੇਖਣ ਨੂੰ बहुत सौखियां लगदियां, ठीक है, परंतु जे समझोगे ध्यान नाल फिर सौखियां हैगियां ये। अदरवाइज़ ये हुण तुसीं कर लईआं फिर कल नूं भुੱਲ जाणगीਆਂ। जिन्नी प्रैक्टिस करोगे, जिन्ना कंसैप्ट नूं ध्यान नाल समझोगे, ठीक है, जिहड़ी वीडियो नूं स्टार्टिंग तो ध्यान नाल देखना, ठीक है, एंड तक ध्यान नाल देखना है। सो नैक्सट क्वेश्चन नंबर 3 हैगा अपने कोले, दसो किस तरह एक वर्ग एक चतुर्भुज है। दसना भी एक वर्ग नूं आपां एक चतुर्भुज कहने, क्यों कहने दसो। क्योंकि चतुर्भुज दी चार भुजावां जरूरी होंदियां। चतुर्भुज की की गुण है भी जिन्हें चार भुजावां होण ते बंद आकृति होवे, लो जी वर्ग तो हैगा ही हैगा, ठीक है। ਆਪਾਂ लिख देंगे चार भुजावां वाली बंद आकृति वर्ग भी है ना, लिख देंगे क्योंकि वर्ग एक चार भुजावां वाली बंद आकृति है, ठीक है। क्योंकि वर्ग एक चार भुजावां वाली बंद आकृति है, चतुर्भुज विच ही होना जरूरी होंदा, इसलिए वर्ग नूं चतुर्भुज कहने हैगे। इहदा कारण दसता, नंबर 1 हो गया। फिर नंबर 2 पुछा उन्हें वर्ग नूं आपां समांतर चतुर्भुज भी कहने। देखो आपां हुणे देख के हटे सीगे भी वर्ग नूं आपां समांतर, वर्ग नूं आपां पहलां तां क्या चतुर्भुज है, फिर कहंदा वर्ग नूं आपां एक समांतर चतुर्भुज भी कहने आ। देखो आपां लाया ना निशान, वर्ग नूं आपां समांतर चतुर्भुज भी कहंदे हां, ठीक है। वर्ग नूं समांतर चतुर्भुज कहते हैं क्योंकि वर्ग दे विच सारे ही जिहड़े गुण हैगे समांतर चतुर्भुज वाले, ठीक है। क्योंकि वर्ग विच समांतर चतुर्भुज वाले सारे गुण मौजूद हैं। दस सकते किहड़े-किहड़े गुण होंदे आ समांतर चतुर्भुज, किहड़े गुण होंदे, सन्मुख भुजावां बराबर ते समांतर होंदियां, वर्ग विच भी फिर होंदियां, ठीक है। यही सीगा समांतर चतुर्भुज विच वर्ग विच समांतर चतुर्भुज सारे गुण हैगे, क्लीयर है ना। सो इसलिए इहनूं आपां समांतर चतुर्भुज कह सकते हैं। किस तरह एक सम चतुर्भुज है, किस तरह एक सम चतुर्भुज है, वर्ग एक सम चतुर्भुज भी है क्योंकि चार भुजावां इहदियां बराबर होंदियां, उहदियां बराबर होंदियां, ठीक है। तो इस करके वर्ग विच सम चतुर्भुज वाले सारे गुण हैगे आ, ठीक है। सेम लिख देंगे आप इत्थे, तुसीं लिख लोगे अपने आप, वर्ग विच सम चतुर्भुज वाले सारे गुण मौजूद हैं। की हैगे आ, चारे भुजावां उहदियां बराबर होंदियां, चारे भुजावां उहदियां बराबर होंदियां, ठीक है जी, दस सकते आपां। फिर है वर्ग एक आयत भी है, वो किवें है, फिर आपां लिख देंगे भी वर्ग विच आयत वाले भी गुण हैगे आ। आयत दियां सन्मुख भुजावां बराबर होंदियां, वर्ग दियां भी सन्मुख भुजावां बराबर होंदियां, ठीक है। गल आपां किहदी करदे पए आ, वर्ग की गल करते पे आपां। वर्ग विच आयत वाले सारे गुण हैगे आ, आयत दियां सन्मुख भुजावां बराबर होंदियां, इहदियां भी बराबर होंदियां, आयत दे चारे कोण 90 दे हुंदे, इहदे भी चारे कोण 90 दे हुंदे हैगे आ। मतलब आयत वाले सारे गुण जिहड़े हैगे आ, वर्ग दे विच हैगे आ, ठीक है जी। समझ लग गई ना। तुसीं कल्ले कल्ले गुण जिहड़े हैगे आ डिटेल नाल पिछली वीडियो देख लिओ, वो सारे फिर चैक कर लिओ वर्ग विच हैगे आ, बिल्कुल होणगे, ठीक है। तां करके आपां कहने हैगे आ, दस सकते हैं आप। ये गुण भी तुसीं लिख सकते हैं, मतलब किहड़े गुण सीगे, सारिਆਂ ਦੇ गुण भी नाल नाल लिख दिओ, ठीक है। मैं तुहानूं आयत के गुण लिख के दिना, एक बारी किहड़े गुण सीगे आयत विच। वर्ग नूं आपां एक आयत कहने आ क्योंकि आयत वाले सारे गुण वर्ग विच मौजूद है। आयत दीयां जिहड़ियां सन्मुख भुजावां बराबर होंदियां, सन्मुख भुजावां बराबर, ठीक है, वो इहदियां भी हैगियां। नंबर 2 सीगा सारे कोण समकोण, सारे कोण समकोण, ठीक है जी, ये हैगे तो ये भी है समकोण, चारे 90 के होंगे, भी अपने को। फिर होंदा आयत विच अपने को विकर्ण बराबर होंगे आ, विकर्ण बराबर होंगे आ, तो ये भी विकर्ण की लंबाई की बराबर होगी, बिल्कुल बराबर होंगी, ठीक है। इस तरह करके आयत वाले सारे गुण जिहड़े इहदे विच मौजूद है, तां करके आपां एक आयत नूं वर्ग कहंदे हाँ। क्लीयर हो गया ना, तुसीं अपने आप लिख लेना सारा। सो क्वेश्चन नंबर 4 है पुत्र जी अपने को, उस चतुर्भुज का नाम दसो जिस दे विकर्ण, ठीक है, सारी डीप स्टडी वही है, क्वेश्चन वही पूछी जा रहा अपन वारी वारी। चतुर्भुज का नाम दसो जिस दे विकर्ण एक दूजे नूं समदुभाजित करते हैं, जिस दे विकर्ण एक दूजे नूं समदुभाजित करते हैं। दसो जी, दो अपने को चतुर्भुज होंगे जिस दे विकर्ण एक दूजे नूं समदुभाजित, सिर्फ समदुभाजित करते, इत्थे लंब शब्द नहीं वरते आपां, इत्थे लंब लिखा, इत्थे समदुभाजित है।
ਤਾਂ ਸਮਦੁਭਾਜਿਤ ਸਿਰਫ ਆਪਾਂ ਗੱਲ ਕਰਾਂਗੇ ਓਨਲੀ ਸਮਦੁਭਾਜਿਤ ਦੀ ਗੱਲ ਕਰਾਂਗੇ ਤਾਂ ਨੰਬਰ 1 ਤੇ ਆਪਣੇ ਕੋਲ ਆ ਜਾਏਗਾ ਸਮਾਂਤਰ ਚਤੁਰਭੁਜ। ਦਿਖਾਉਣਾ ਤੁਹਾਨੂੰ ਮੈਂ ਸਮਾਂਤਰ ਚਤੁਰਭੁਜ ਹੋ ਗਿਆ, ठीक है। फिर हो गया अपने कोल आयत यानी कि रैक्टेंगल। ਇਹਦੇ ਵੀ ਵਿਕਰਨ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਆ ਔਰ ਇਹਦੇ ਵੀ ਵਿਕਰਨ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਆ। ਵੈਸੇ ਵਿਕਰਨ ਤਾਂ ਜਿਹੜੇ ਹੈਗੇ ਵਰਗ ਦੇ ਵੀ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਹੀ ਹੈਗੇ ਨਾ। ਜੋ ਸਮਦੁਭਾਜਿਤ ਪੁੱਛਿਆ ਤਾਂ ਵਰਗ ਦਾ ਨਾਮ ਵੀ ਆਪਾਂ ਲਿਖ ਸਕਦੇ ਇਹਦੇ ਵਿੱਚ, ਫਿਰ ਆਪਾਂ ਸਮਚਤੁਰਭੁਜ ਦਾ ਨਾਮ ਵੀ ਲਿਖ ਸਕਦੇ ਇਹਦੇ ਵਿੱਚ। ਚਾਰਾਂ ਦੇ ਵਿਕਰਨ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਹਨ, ਠੀਕ ਹੈ। ਹੁਣ ਦਿਖਾਉਣਾ ਇੱਕ ਵਾਰੀ ਮੈਂ, ਹਾਂਜੀ ਦੇਖੋ ਆਪਣੇ ਕੋਲ ਹੈ ਸਮਚਤੁਰਭੁਜ ਵਿਕਰਨ ਸਮਦੁਭਾਜਿਤ ਕਿਸ ਕਿਸ ਦੇ ਕਰਦੇ। ਦੇਖੋ ਜਿਹੜੇ ਹੈਗੇ, ਦੇਖੋ ਪਹਿਲਾਂ ਸੀ ਆਪਣੇ ਕੋਲ ਇੱਕ ਆਇਤ। ਆਇਤ ਵਿੱਚ ਆਪਾਂ ਲਿਖਿਆ ਸੀਗਾ ਕਿ ਤੇ ਦੋਨੋਂ ਵਿਕਰਨ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਨੇ। ਇਸ ਪੁਆਇੰਟ ਤੇ ਬਿਲਕੁਲ ਇੱਕ ਦੂਜੇ ਨੂੰ ਕੱਟ ਕਰਦੇ ਹੈਗੇ ਆ। ਇੱਕ ਆਇਤ ਹੋ ਗਈ। ਆਪਾਂ ਲਿਖਿਆ ਵਰਗ ਦੇ ਵੀ ਇੱਕ ਦੂਜੇ ਨੂੰ ਜਿਹੜੇ ਹੈਗੇ ਸਮਦੁਭਾਜਿਤ ਕਰਦੇ ਹੈਗੇ ਆ। ਫਿਰ ਆਪਾਂ ਦੇਖਿਆ ਜਾਏ ਸਮਾਂਤਰ ਚਤੁਰਭੁਜ। ਸਮਾਂਤਰ ਚਤੁਰਭੁਜ ਦੇ ਵਿਕਰਨ ਵੀ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਹੈਗੇ ਆ। ਨਾਲ ਦੀ ਨਾਲ ਸਮਚਤੁਰਭੁਜ ਦੇ ਵਿਕਰਨ ਵੀ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਨੇ। ਚਾਰੇ ਆਪਾਂ ਨਾਮ ਲਿਖੇ ਹੈਗੇ ਆ। ਸਿਰਫ ਉਹਨੇ ਸਮਦੁਭਾਜਿਤ ਪੁੱਛਿਆ ਤਾਂ ਸਮਦੁਭਾਜਿਤ ਤਾਂ ਕਰਦੇ ਹੀ ਨਾ, ਨਾਲ ਦੀਆਂ ਲੰਬ ਵੀ ਕਰਦੇ ਹੋ, ਆਪਾਂ ਅਗਲੇ 'ਚ ਲਿਖ ਲਾਂਗੇ। ਸਮਦੁਭਾਜਿਤ ਕਿਹੜੇ ਕਰਦੇ ਫਿਰ ਦੁਬਾਰਾ ਦੇਖ ਲਓ, ਸਮਚਤੁਰਭੁਜ, ਸਮਾਂਤਰ ਚਤੁਰਭੁਜ, ਵਰਗਾਕਾਰ ਅਤੇ ਆਇਤਾਕਾਰ ਵਿੱਚ ਚਾਰਾਂ ਦੇ ਵਿੱਚ ਜਿਹੜੇ ਵਿਕਰਨ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਹਨ, ਠੀਕ ਹੈ। ਸੋ ਆਪਾਂ ਇੱਥੇ ਚਾਰੇ ਨਾਮ ਲਿਖੇ, ਦੇਖੋ ਸਮਾਂਤਰ ਚਤੁਰਭੁਜ, ਆਇਤ, ਵਰਗ ਅਤੇ ਸਮਚਤੁਰਭੁਜ। ਕਲੀਅਰ ਹੋ ਗਿਆ। ਫਿਰ ਪੁੱਛਿਆ ਉਹਨੇ ਇੱਕ ਦੂਜੇ 'ਤੇ ਲੰਬ ਸਮਦੁਭਾਜਿਤ ਹੋਣ, ਮਤਲਬ ਜਿਹੜੇ ਵਿਕਰਨ ਹੈਗੇ ਆ ਇੱਕ ਦੂਜੇ 'ਤੇ 90 ਦਾ ਕੋਣ ਵੀ ਬਣਾਉਂਦੇ ਹੋਣ। ਤਾਂ ਇਹ ਆਪਾਂ ਹੁਣੇ ਦੇਖਿਆ, ਦੇਖੋ 90 ਦਾ ਕੋਣ ਕਿੱਥੇ ਕਿੱਥੇ ਬਣਦਾ ਵਿਕਰਨਾਂ ਦੇ ਵਿੱਚ, ਇਹਦੇ 'ਚ ਬਣਦਾ ਨਹੀਂ ਤਾਂ ਇਹਦੇ ਵਿੱਚ ਬਣਦਾ। ਇੱਕ ਹੋ ਗਿਆ, ਨੰਬਰ 1 ਹੈਗਾ। ਫਿਰ ਵਰਗ ਆ ਗਿਆ ਆਪਣੇ ਕੋਲੇ। ਫਿਰ ਪੁੱਛਿਆ ਸੀਗਾ ਆਪਾਂ ਲਾਸਟ ਦੇਖੋ ਸਮਚਤੁਰਭੁਜ, ਇਹਦੇ ਵਿੱਚ ਵੀ 90 ਦਾ ਕੋਣ ਬਣਦਾ, ਇੱਥੇ ਨਹੀਂ ਬਣਦਾ। ਤਾਂ ਦੋ ਹੈਗੇ ਆਪਣੇ ਕੋਲੇ ਸਮਚਤੁਰਭੁਜ ਅਤੇ ਵਰਗ, ਮਤਲਬ ਜਿਹਨਾਂ ਦੇ ਚਾਰੇ ਭੁਜਾਵਾਂ ਬਰਾਬਰ ਹੋਣ ਵਿਕਰਨ ਜਿਹੜੇ ਹੈਗੇ ਆ ਲੰਬ ਭਾਜਕ ਬਣਦੇ ਆ, ਮਤਲਬ ਪਰਪੈਂਡੀਕੂਲਰ ਬਾਈਸੈਕਟਰ ਬਣਦੇ ਆ, ਠੀਕ ਹੈ। ਤਾਂ ਆਪਾਂ ਇੱਥੇ ਨਾਮ ਲਿਖਾਂਗੇ ਕਿਹੜੇ ਕਿਹੜੇ ਵਿਕਰਨ ਹੈਗੇ ਆ, ਵਰਗ, ਦੂਜਾ ਕੀ ਹੈਗਾ ਆਪਣੇ ਕੋਲੇ ਸਮਚਤੁਰਭੁਜ। ਕਲੀਅਰ ਹੈ ਨਾ। ਦੋ ਜਿਹੜੇ ਇਸ ਤਰ੍ਹਾਂ ਦੇ ਚਤੁਰਭੁਜ ਆ ਜਾਣਗੇ। ਫਿਰ ਲਾਸਟ ਤੇ ਪੁੱਛਿਆ ਉਹਨੇ ਕਿਹੜੀ ਚਤੁਰਭੁਜ ਜਿਸ ਦੇ ਵਿਕਰਨ ਬਰਾਬਰ ਹੋਣ, ਇਕੁਅਲ ਹੋਣ, ਡਾਇਗਨਲਸ ਇਕੁਅਲ ਹੋਣ। ਇਕੁਅਲ ਡਾਇਗਨਲਸ ਕਿਹਦੇ ਕਿਹਦੇ ਹੁੰਦੇ ਹੈਗੇ ਆਪਾਂ ਫਿਰ ਦੇਖਦੇ ਹਾਂ ਇੱਕ ਵਾਰੀ। ਦੇਖੋ ਆਇਤ, ਆਇਤ ਵਿੱਚ ਡਾਇਗਨਲਸ ਬਰਾਬਰ ਹੁੰਦੇ, ਦੋਨੋਂ ਵਿਕਰਨ ਸਮਾਨ ਹੁੰਦੇ ਹਨ। ਲਿਖਿਆ ਨਾ ਬਕਾਇਦਾ, ਆਪਾਂ ਇਹ ਵੀਡੀਓ ਧਿਆਨ ਨਾਲ ਦੇਖ ਲਓ ਇੱਕ ਵਾਰੀ ਫਿਰ। ਅਤੇ ਫਿਰ ਅਸੀਂ ਪੜ੍ਹਿਆ ਆਪਣੇ ਕੋਲੇ ਵਿਕਰਨ ਕਿਹਦੇ ਬਰਾਬਰ ਹੁੰਦੇ ਹੋਰ, ਵਰਗ ਦੇ ਵਿੱਚ। ਦੇਖੋ ਵਰਗ ਦੇ ਵਿੱਚ ਵੀ ਦੋਨੋਂ ਵਿਕਰਨ ਬਰਾਬਰ ਹੁੰਦੇ ਆ, ਆਇਤ ਵਿੱਚ ਦੋਨੋਂ ਵਿਕਰਨ ਬਰਾਬਰ ਹੁੰਦੇ ਹੈਗੇ ਆ। ਇਹਦੇ ਵਿਕਰਨ ਦੋਨੋਂ ਬਰਾਬਰ ਨਹੀਂ ਹੁੰਦੇ ਔਰ ਇਹਦੇ ਵਿਕਰਨ ਬਰਾਬਰ ਨਹੀਂ ਹੁੰਦੇ। ਇਟ ਮੀਨਸ ਦੋ ਚਤੁਰਭੁਜ ਆਉਣਗੇ, ਕਿਹੜੇ ਕਿਹੜੇ, ਆਇਤ ਅਤੇ ਵਰਗ। ਕਲੀਅਰ ਹੈ ਨਾ। ਸੋ ਆਪਾਂ ਲਿਖ ਦਿਆਂਗੇ ਫਿਰ ਦੋਨੋਂ ਨਾਮ ਕਿਹੜੇ ਕਿਹੜੇ ਵਿਕਰਨ ਹੈਗੇ ਆ, ਆਇਤ ਅਤੇ ਵਰਗ, ਸਕੁਅਰ ਐਂਡ ਰੈਕਟੈਂਗਲ। ਕਲੀਅਰ ਆ ਪੁੱਤਰ ਜੀ। ਦੋ ਇਸ ਤਰ੍ਹਾਂ ਦੇ ਹੈਗੇ ਆ। ਸੋ ਇਹ ਸਾਰੀ ਡੀਪ ਸਟੱਡੀ ਹੈਗੀ ਆ। ਬਸ ਤੁਹਾਨੂੰ ਜਿਹੜੇ ਹੈਗੇ ਫਾਰਮੂਲੇ ਜੇ ਧਿਆਨ ਨਾਲ ਸਮਝ ਲੱਗ ਗਈ, ਜਾਂ ਜਿਹੜੀ ਇਹ ਵਾਲੀ ਵੀਡੀਓ ਆਪਾਂ ਬਣਾਈ ਸੀ ਸਾਰੀ ਟਾਈਪਸ ਵਾਲੀ, ਇਹ ਧਿਆਨ ਨਾਲ ਤੁਹਾਨੂੰ ਜਿਹੜੀ ਸਮਝ ਆਉਣੀ ਚਾਹੀਦੀ ਹੈਗੀ ਹੈ, ਠੀਕ ਹੈ। ਸਾਰੇ ਰੂਲਸ ਸਾਰੇ ਧਿਆਨ ਨਾਲ ਲਿਖੇ ਹੋਏ ਆ, ਸਮਝਾਏ ਹੈਗੇ ਆ। ਉਸ ਤੋਂ ਬਾਅਦ ਫਿਰ ਆਪਾਂ ਜਿਹੜੀ ਲੇਟੈਸਟ ਹੁਣੇ ਕਰਕੇ ਹਟੇ ਹੈਗੇ ਦੇਖਿਆ ਸੀਗਾ ਕਿ ਇਹਨਾਂ 'ਚ ਆਪਸੀ ਰਿਲੇਸ਼ਨ ਕੀ ਹੈਗਾ, ਠੀਕ ਹੈ। ਉਹ ਰਿਲੇਸ਼ਨ ਤੁਸੀਂ ਧਿਆਨ ਨਾਲ ਸਮਝਣਾ ਹੈਗਾ। ਵਰਗ ਨੂੰ ਆਪਾਂ ਸਮਾਂਤਰ ਚਤੁਰਭੁਜ ਕਹਿ ਸਕਦੇ ਹਾਂ ਮਿੱਤਰ ਜੀ, ਇੱਥੇ ਰੋਂਗ ਲੱਗ ਗਿਆ ਸੀਗਾ, ਠੀਕ ਹੈ, ਕਹਿ ਸਕਦੇ ਹੈਗੇ ਆ। ਅਤੇ ਜਿਹੜਾ ਹੈਗਾ ਸਮਾਂਤਰ ਚਤੁਰਭੁਜ ਨੂੰ ਆਪਾਂ ਜਿਹੜਾ ਹੈਗਾ ਵਰਗ ਨਹੀਂ ਕਹਿ ਸਕਦੇ, ਇੱਥੇ ਆਪਾਂ ਕ੍ਰੋਸ ਲਾਵਾਂਗੇ। ਕਲੀਅਰ। ਸੋ ਇਹ ਸਾਰੀ ਤੁਸੀਂ ਡਿਟੇਲ ਨਾਲ ਸਮਝਣੀ ਹੈਗੀ ਆ, ਅਤੇ ਔਰ ਨਾਲ ਦੀਆਂ ਦੋਨੋਂ ਵੀਡੀਓਜ਼ ਧਿਆਨ ਨਾਲ ਦੇਖਣੀਆਂ ਹੈਗੀਆਂ। ਔਰ ਇਕੱਲਾ ਕੁਐਸਚਨ ਤੁਹਾਨੂੰ ਕਰਾਤਾ, ਜਿਹੜੇ ਰਹਿ ਗਏ ਪਾਰਟਸ ਤੁਸੀਂ ਆਪਣੇ ਆਪ ਟਰਾਈ ਕਰ ਲਿਓ, ਠੀਕ ਹੈ। ਸੋ ਇਹਦੇ ਨਾਲ ਆਪਣਾ ਚੈਪਟਰ ਕੰਪਲੀਟ ਹੋ ਗਿਆ। ਸਮਝ ਲੱਗ ਗਈ। ਸੋ ਪੁੱਤਰ ਜੀ ਧਿਆਨ ਨਾਲ ਦੇਖਿਆ ਕਰੋ ਔਰ ਸਮਝਿਆ ਕਰੋ, ਆਪਣੇ ਆਪ ਟਰਾਈ ਕਰੋ ਵੱਧ ਤੋਂ ਵੱਧ। ਦ ਬੈਸਟ ਵੇ ਟੂ ਲਰਨ ਮੈਥਮੈਟਿਕਸ ਇਜ਼ ਟੂ ਡੂ ਮੈਥਮੈਟਿਕਸ। ਵੀ ਜਿੰਨਾ ਤੁਸੀਂ ਕਰੋਗੇ ਉਨਾ ਵੱਧ ਆਊਗਾ ਮੈਥ। ਵੈਰੀ ਇੰਟਰਸਟਿੰਗ ਹੈ, ਠੀਕ ਹੈ। ਇਹਨੂੰ ਬੋਝ ਨਾ ਮੰਨਿਆ ਕਰੋ ਔਰ ਇੰਟਰਸਟ ਨਾ ਕਰਿਆ ਕਰੋ, ਠੀਕ ਹੈ। ਸੋ ਥੈਂਕ ਯੂ ਬੇਟਾ ਜੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੁੱਤਰ ਜੀ, ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਔਰ ਥੈਂਕਸ ਫॉर ਵਾਚਿੰਗ। ਥੈਂਕਸ ਬੇਟਾ ਜੀ। ਟੇਕ ਕੇਅਰ। ਗॉड ब्लेस यू।